दैवी ज्ञान। एक देश ਦਾ ਰਾਜਾ ਧਰਮੀ ਹੁੰਦਾ ਸੀ। ਉਸਦੀ ਸਾਰੀ ਪ੍ਰਜਾ ਇਕਾਦਸ਼ੀ ਦਾ ਵਰਤ ਰੱਖਦੀ ਸੀ। ਇੱਕ ਵਾਰ ਇਸੇ ਤਰ੍ਹਾਂ ਇਕਾਦਸ਼ੀ ਦਾ ਦਿਨ ਸੀ। ਸਨਮੁਖ ਨਾਂ ਦੇ ਇੱਕ ਨਿਵਾਸੀ ਦੇ ਘਰ ਵਿੱਚ ਧੂੰਆਂ ਨਿਕਲ ਗਿਆ ਸੀ। ਰਾਜੇ ਨੇ ਉਸਨੂੰ ਆਪਣੇ ਦਰਬਾਰ ਵਿੱਚ ਤਲਬ ਕਰ ਲਿਆ। ਉਸਨੂੰ ਇਕਾਦਸ਼ੀ ਵਰਤ ਨਾ ਰੱਖਣ ਦਾ ਕਾਰਨ ਪੁੱਛਿਆ ਤਾਂ ਸਨਮੁਖ ਨੇ ਨਿਮਰਤਾ ਸਹਿਤ ਅਰਜ਼ ਕੀਤੀ, ਐ ਰਾਜਨ, ਮੈਂ ਸੱਚੇ ਗੁਰੂ ਦਾ ਸਿੱਖ ਹਾਂ। ਉਹਨਾਂ ਦੇ ਪਵਿੱਤਰ ਉਪਦੇਸ਼ ਸਦਕਾ ਮੈਂ ਖਾਣ ਪੀਣ ਅਤੇ ਸੌਣ ਦੀਆਂ ਮਨੁੱਖੀ ਲੋੜਾਂ 'ਤੇ ਸੰਜਮ ਪਾਇਆ ਹੋਇਆ ਹੈ। ਮੈਂ ਆਪਣੇ ਸਰੀਰ ਨੂੰ ਚੱਲਦਾ ਰੱਖਣ ਲਈ ਅਲਪ ਆਹਾਰ ਕਰਦਾ ਹਾਂ ਅਤੇ ਹਰ ਸਮੇਂ ਅੰਮ੍ਰਿਤ ਨਾਮ ਦੇ ਰਸ ਵਿੱਚ ਲੀਨ ਰਹਿੰਦਾ ਹਾਂ। ਵਰਤ ਰੱਖਣ ਬਾਰੇ ਮੇਰੇ ਸਤਿਗੁਰ ਦਾ ਫਰਮਾਨ ਹੈ ਕਿ ਸਾਰੀਆਂ ਬੁਰਾਈਆਂ ਦਾ ਵਰਤ ਰੱਖਣਾ ਚਾਹੀਦਾ ਹੈ। ਇਸ ਲਈ ਪਿਆਰੇ ਰਾਜਨ, ਜਿੱਥੋਂ ਤੱਕ ਵਰਤ ਦਾ ਸੰਬੰਧ ਹੈ, ਸਤਿਗੁਰ ਦੀ ਕਿਰਪਾ ਨਾਲ ਮੈਂ ਸਾਰੇ ਭੈੜੇ ਕਰਮਾਂ ਤੋਂ ਉਮਰ ਭਰ ਦਾ ਵਰਤ ਰੱਖਿਆ ਹੋਇਆ ਹੈ। ਇਸ ਵਰਤ ਨਾਲ ਮੇਰਾ ਤਨ ਮਨ ਸ਼ੁੱਧ ਹੋ ਗਿਆ ਹੈ। ਮੇਰੇ ਲਈ ਸਾਰੇ ਦਿਨ ਪਵਿੱਤਰ ਹਨ। ਮੈਂ ਰੋਜ਼ ਹੀ ਵਰਤ ਰੱਖਦਾ ਹਾਂ। ਰਾਜਾ ਸੱਚੇ ਗਿਆਨ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। ਰਾਜੇ ਨੇ ਗੁਰੂ ਜੀ ਦੇ ਬਾਰੇ ਹੋਰ ਗੱਲਾਂ ਪੁੱਛੀਆਂ। ਸਨਮੁਖ ਨੇ ਉਸਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਨਾਂ ਦੱਸਿਆ। ਰਾਜੇ ਨੇ ਕਿਹਾ ਕਿ ਉਸਦੇ ਭਾਗਾਂ ਵਿੱਚ ਵੀ ਗੁਰੂ ਜੀ ਦੇ ਦਰਸ਼ਨ ਹੋ ਸਕਦੇ ਹਨ। ਸਨਮੁਖ ਨੇ ਕਿਹਾ, ਸਤਿਗੁਰੂ ਜੀ ਘਟ ਘਟ ਦੇ ਦਿਲਾਂ ਦੀ ਜਾਣਨਹਾਰ ਹਨ। ਤੁਹਾਡੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਤੀਬਰ ਇੱਛਾ ਪੈਦਾ ਹੋਣੀ ਚਾਹੀਦੀ ਹੈ। ਫਿਰ ਗੁਰੂ ਜੀ ਆਪ ਹੀ ਦਰਸ਼ਨ ਦੇਣਗੇ। ਕੁਝ ਸਮੇਂ ਬਾਅਦ ਵੱਸੋ ਤੋਂ ਦੂਰ ਇੱਕ ਵੀਰਾਨ ਬਾਗ ਵਿੱਚ 3 ਸਾਧੂ ਲੋਕ ਆ ਠਹਿਰ ਗਏ। ਉਹਨਾਂ ਦੇ ਚਰਨ ਪਾਉਣ ਨਾਲ ਸੁੱਕਾ ਹੋਇਆ ਬਾਗ ਫਿਰ ਤੋਂ ਹਰਾ ਭਰਾ ਹੋ ਗਿਆ। ਬਾਗ ਵਿੱਚ ਇੱਕ ਸ਼ਾਂਤ ਸੁਹਾਵਣਾ ਸਥਾਨ ਬਣ ਗਿਆ। ਇਹ ਗੱਲ ਰਾਜੇ ਤੱਕ ਵੀ ਪਹੁੰਚ ਗਈ ਕਿ ਉਸਦੇ ਰਾਜ ਵਿੱਚ 3 ਸਾਧੂਆਂ ਦੇ ਠਹਿਰਨ ਨਾਲ ਸੁੱਕਾ ਬਾਗ ਫਿਰ ਤੋਂ ਹਰਾ ਹੋ ਗਿਆ ਹੈ। ਰਾਜੇ ਨੂੰ ਇਹ ਪਤਾ ਲੱਗਾ ਕਿ ਲੋਕ ਵਹੀਰਾਂ ਕੱਤ ਕੇ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਹਨ। ਸਾਰੇ ਰਾਜ ਵਿੱਚ ਕੋਈ ਅਜਿਹਾ ਵਿਅਕਤੀ ਨਹੀਂ ਰਿਹਾ ਜਿਸ ਨੇ ਮਹਾਨ ਮੁਕਤੀਦਾਤੇ ਦੇ ਦਰਸ਼ਨ ਨਹੀਂ ਕੀਤੇ ਹੋਣ। ਰਾਜੇ ਦੇ ਮਨ ਵਿੱਚ ਸਾਧੂਆਂ ਦੀ ਸੱਚਾਈ ਨੂੰ ਪਰਖਣ ਦਾ ਖਿਆਲ ਆ ਗਿਆ। ਉਸਨੇ ਸਾਧੂਆਂ ਨੂੰ ਡੁਲਾਉਣ ਲਈ ਆਪਣੇ ਦਰਬਾਰ ਦੀਆਂ ਆਕਰਸ਼ਕ ਤੇ ਸੁੰਦਰ ਨਾਰੀਆਂ ਨੂੰ ਉਹਨਾਂ ਦੇ ਪਾਸ ਭੇਜਿਆ। ਪਰੰਤੂ ਜਦੋਂ ਕਾਮ ਦੀਆਂ ਮੂਰਤਾਂ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਪਹੁੰਚੀਆਂ ਤਾਂ ਗੁਰੂ ਜੀ ਦੀਆਂ ਮਿਹਰਾਂ ਭਰੀਆਂ ਨਜ਼ਰਾਂ ਭੈੜੇ ਇਰਾਦੇ ਵਾਲੀਆਂ ਔਰਤਾਂ 'ਤੇ ਪਈਆਂ ਤਾਂ ਉਹਨਾਂ ਨੂੰ ਗੁਰੂ ਜੀ ਦੀ ਪਵਿੱਤਰਤਾ ਅਤੇ ਦੈਵੀ ਨੂਰ ਦੀਆਂ ਝਲਨਾਟਾਂ ਮਹਿਸੂਸ ਹੋਈਆਂ। ਗੁਰੂ ਜੀ ਦੀ ਮਿਹਰ ਨਾਲ ਹੀ ਔਰਤਾਂ ਪਵਿੱਤਰਤਾ ਦੀ ਮੂਰਤਾਂ ਅਤੇ ਸੱਤ ਦੀਆਂ ਦੇਵੀਆਂ ਵਿੱਚ ਬਦਲ ਗਈਆਂ। ਗੁਰੂ ਸਾਹਿਬ ਦੀ ਦਇਆ ਦ੍ਰਿਸ਼ਟੀ ਵਿੱਚ ਬੇਮਿਸਾਲ ਇਲਾਹੀ ਸ਼ਕਤੀ ਸੀ। ਇਹ ਉਹੀ ਦ੍ਰਿਸ਼ਟੀ ਸੀ ਜਿਸ ਨੇ ਕੌਡੇ ਰਾਖਸ਼ ਨੂੰ ਇੱਕ ਛਿਣ ਵਿੱਚ ਦੇਵਤਾ ਬਣਾ ਦਿੱਤਾ ਸੀ ਤੇ ਸੱਜਣ ਠੱਗ ਨੂੰ ਸੰਤ। ਇਸੇ ਤੱਕਣੀ ਨਾਲ ਕੌੜਾ ਰੀਠਾ ਮਿੱਠਾ ਹੋ ਗਿਆ ਸੀ ਤੇ ਦੀਪਾਲਪੁਰ ਦਾ ਕੋੜੀ ਨਵਾਂ ਨਰੋਆ ਹੋ ਕੇ ਨਾਮ ਦੀ ਖੁਸ਼ਬੂ ਦਾ ਮੁਸੱਜਮਾ ਬਣ ਗਿਆ ਸੀ। ਕਿੰਨੀਆਂ ਖੁਸ਼ਕਿਸਮਤ ਸਨ ਉਹ ਭੈੜੀਆਂ ਔਰਤਾਂ ਜਿਹੜੀਆਂ ਗੁਰੂ ਨਾਨਕ ਦੀ ਦ੍ਰਿਸ਼ਟੀ ਨਾਲ ਯਕਦਮ ਝੂਠ ਤੋਂ ਸੱਚ ਦੀਆਂ ਮੂਰਤਾਂ ਬਣ ਗਈਆਂ ਸਨ। ਇਹ ਔਰਤਾਂ ਰਾਜੇ ਪਾਸ ਮੁੜ ਆਈਆਂ। ਉਹਨਾਂ ਨੇ ਆਪਣੇ ਇਸ ਭੈੜੇ ਪੇਸ਼ੇ ਨੂੰ ਤਿਆਗ ਦੇਣ ਬਾਰੇ ਰਾਜੇ ਨੂੰ ਦੱਸ ਦਿੱਤਾ। ਰਾਜਾ ਇਸ ਔਰਤਾਂ ਦੀ ਇਸ ਅਜੀਬ ਤੇ ਕੌਤਕ ਤਬਦੀਲੀ 'ਤੇ ਬਹੁਤ ਹੈਰਾਨ ਹੋਇਆ। ਉਸਨੂੰ ਆਪਣੀ ਝੂਠੀ ਹਉਮੈ ਤੇ ਹੰਕਾਰ ਦਾ ਬਹੁਤ ਪਛਤਾਵਾ ਹੋਇਆ। ਉਹ ਉਸੇ ਵਕਤ ਉਸ ਮਹਾਨ ਦਰਵੇਸ਼ਾਂ ਤੋਂ ਮੁਆਫੀ ਮੰਗਣ ਲਈ ਭੱਜ ਉੱਠਿਆ। ਉਹ ਆਪਣੇ ਨਾਲ ਭੇਟਾਂ ਕਰਨ ਲਈ ਕਈ ਤਰ੍ਹਾਂ ਦੇ ਪਦਾਰਥ ਤੇ ਸਗਾਤਾਂ ਵੀ ਲੈ ਕੇ ਗਿਆ। ਗੁਰੂ ਜੀ ਦੇ ਚਰਨਾਂ ਵਿੱਚ ਸ਼ਾਹੀ ਚੜਾਵਾ ਭੇਟ ਕਰਦਿਆਂ ਉਸਨੇ ਗੁਰੂ ਜੀ ਨੂੰ ਪ੍ਰਵਾਨ ਕਰਨ ਦੀ ਅਰਜ਼ੋਈ ਕੀਤੀ। ਇਸ ਸੰਸਾਰ ਦੇ ਸਾਰੇ ਸੁੱਖ ਦੇਣ ਵਾਲੇ ਮਹਾਨ ਗੁਰੂ ਜੀ ਨੇ ਭੇਟਾਵਾਂ ਪ੍ਰਵਾਨ ਨਾ ਕੀਤੀਆਂ। ਰਾਜੇ ਨੇ ਬੜੀ ਨਿਮਰਤਾ ਨਾਲ ਗੁਰੂ ਜੀ ਨੂੰ ਪਹਿਲਾਂ ਮਹਿਲਾਂ ਵਿੱਚ ਚਰਨ ਪਾਉਣ ਅਤੇ ਭੋਜਨ ਛਕਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਪੁੱਛਿਆ, ਉੱਥੇ ਜਾ ਕੇ ਕਿਹੜੀ ਖਾਸ ਦਖਣਾ ਦੇਵੇਂਗਾ? ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਾਰਾ ਰਾਜ ਭਾਟ ਹਾਜ਼ਰ ਹੈ ਮੇਰੇ ਸਤਿਗੁਰੂ ਜੀ। ਸਾਰਾ ਰਾਜ ਭਾਗ ਆਪਦੇ ਪਵਿੱਤਰ ਚਰਨਾਂ ਵਿੱਚ ਹਾਜ਼ਰ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ, ਐ ਰਾਜਨ, ਜੋ ਤੇਰਾ ਆਪਣਾ ਹੈ ਉਹ ਭੇਟਾ ਕਰ। ਰਾਜਾ, ਜੀ ਮੈਂ ਆਪਣਾ ਸਾਰਾ ਰਾਜ ਭਾਗ ਹਾਕਮ ਤੇ ਰਾਜਾ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ, ਨਹੀਂ ਰਾਜਨ, ਤੇਰਾ ਪਿਤਾ, ਤੇਰਾ ਦਾਦਾ ਪੜਦਾਦਾ ਇਸ ਰਾਜ ਨੂੰ ਆਪਣਾ ਹੋਣ ਦਾ ਦਾਅਵਾ ਕਰਦੇ ਸਨ। ਇਸ ਤਰ੍ਹਾਂ ਜਿਸ ਨੂੰ ਤੂੰ ਆਪਣੇ ਪਿਛਲੇ ਜਨਮਾਂ ਵਿੱਚ ਕਹਿੰਦਾ ਸੀ ਉਹ ਵੀ ਤੇਰਾ ਨਹੀਂ। ਕੋਈ ਆਪਣੀ ਵਸਤੂ ਭੇਟਾ ਕਰ। ਰਾਜਾ ਸੋਚਾਂ ਵਿੱਚ ਪੈ ਗਿਆ। ਫਿਰ ਉਸਨੇ ਗੁਰੂ ਜੀ ਅੱਗੇ ਆਪਣਾ ਤਨ ਹਾਜ਼ਰ ਕਰ ਦਿੱਤਾ ਤਾਂ ਗੁਰੂ ਜੀ ਨੇ ਫਿਰ ਉਸ ਨੂੰ ਕਿਹਾ, ਰਾਜਨ, ਕੋਈ ਆਪਣੀ ਵਸਤੂ ਭੇਟਾ ਕਰ। ਰਾਜਾ, ਸੱਚੇ ਪਾਤਸ਼ਾਹ, ਇਹ ਸਰੀਰ ਤਾਂ ਮੇਰਾ ਹੈ। ਗੁਰੂ ਜੀ, ਪਿਛਲੇ ਜਨਮਾਂ ਵਿੱਚ ਵੀ ਤੂੰ ਇਹੋ ਭੁੱਲ ਕਰਦਾ ਆਇਆ। ਤੈਨੂੰ ਆਪਣਾ ਆਪਾ ਆਪਣਾ ਸਰੀਰ ਹੀ ਲੱਗਦਾ ਹੈ, ਪਰ ਆਖਰ ਇਹ ਵੀ ਸਾਥ ਨਹੀਂ ਰਹਿਣਾ। ਇਹ ਮਿੱਟੀ ਦੀ ਢੇਰੀ ਦਾ ਕੀ ਮੁੱਲ? ਇਹ ਤੇਰਾ ਆਪਣਾ ਨਹੀਂ। ਕਿ ਤੂੰ ਕੋਈ ਅਜਿਹੀ ਵਸਤੂ ਭੇਟਾ ਨਹੀਂ ਕਰ ਸਕਦਾ ਜੋ ਤੇਰੀ ਆਪਣੀ ਹੋਵੇ? ਰਾਜਾ, ਸੱਚੇ ਪਾਤਸ਼ਾਹ, ਜੇ ਇਹ ਰਾਜ ਧਨ ਦੌਲਤ ਮੇਰੀ ਨਹੀਂ ਤਾਂ ਫਿਰ ਮੈਂ ਆਪਣਾ ਮਨ ਤੁਹਾਡੇ ਚਰਨਾਂ ਵਿੱਚ ਭੇਟਾ ਕਰਦਾ ਹਾਂ। ਗੁਰੂ ਜੀ, ਰਾਜਨ, ਕੋਈ ਆਪਣੀ ਵਸਤੂ ਭੇਟੀ ਕਰ।
ਰਾਜਾ, ਗੁਰੂ ਜੀ ਇਹ ਮਨ ਮੇਰਾ ਹੈ। ਗੁਰੂ ਨਾਨਕ ਦੇਵ ਜੀ, ਤੇਰਾ ਮਨ ਤੈਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ, ਇਹ ਤੈਨੂੰ ਕੁਰਾਹੇ ਪਾਉਂਦਾ ਹੈ, ਇਹ ਤੈਨੂੰ ਦਸੋ ਦਿਸ਼ਾਵਾਂ ਵਿੱਚ ਭਟਕਦਾ ਰੱਖਦਾ ਹੈ, ਇਹ ਤੇਰੇ ਤੇ ਪੂਰੀ ਤਰ੍ਹਾਂ ਭਾਰੂ ਹੈ। ਤੂੰ ਆਪਣੇ ਚੰਚਲ ਮਨ ਦਾ ਗੁਲਾਮ ਹੈ। ਜੋ ਤੇਰੇ ਅਧੀਨ ਨਹੀਂ ਉਸ ਨੂੰ ਆਪਣਾ ਨਾ ਕਹਿ, ਜੋ ਤੇਰਾ ਆਪਣਾ ਹੈ ਉਹ ਭੇਟਾ ਕਰ। ਰਾਜੇ ਨੇ ਸੋਚਿਆ ਕਿ ਰਾਜ ਭਾਗ ਧਨ ਦੌਲਤ ਦੀ ਤਰ੍ਹਾਂ ਇਹ ਸਰੀਰ ਨਾਸ਼ਵਾਨ ਸਰੀਰ ਵੀ ਮੇਰਾ ਆਪਣਾ ਨਹੀਂ। ਜੇ ਆਪਣਾ ਸਰੀਰ ਵੀ ਸਾਥ ਨਹੀਂ ਨਿਭਾਉਂਦਾ ਤਾਂ ਇਸ ਦੁਨਿਆਵੀ ਧਨ ਦੌਲਤ ਨੂੰ ਕਿਵੇਂ ਆਪਣਾ ਕਿਹਾ ਜਾ ਸਕਦਾ ਹੈ। ਮੇਰਾ ਤਾਂ ਮਨ ਵੀ ਆਪਣਾ ਨਹੀਂ, ਇਹ ਤਾਂ ਮੈਨੂੰ ਨਚਾਉਂਦਾ ਹੈ। ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜੇ ਸਰੀਰ ਵੀ ਮੇਰਾ ਨਹੀਂ, ਇਹ ਰਾਜ ਹੋਰ ਧਨ ਦੌਲਤ ਵੀ ਮੇਰੀ ਨਹੀਂ, ਇਹ ਮਨ ਵੀ ਮੇਰਾ ਨਹੀਂ, ਤਾਂ ਮੈਂ ਆਪ ਦੇ ਚਰਨਾਂ ਵਿੱਚ ਕੀ ਭੇਟ ਕਰ ਸਕਦਾ ਹਾਂ। ਮੁਕਤੀ ਦਾਤੇ ਤੇ ਦਇਆ ਦੇ ਸਾਗਰ ਗੁਰੂ ਜੀ ਨੇ ਰਾਜੇ ਵੱਲ ਤੱਕ ਕੇ ਕਿਹਾ, ਇਹ ਆਪਣੀ ਮੈਂ ਭੇਟਾ ਕਰ ਦੇ। ਗੁਰੂ ਜੀ ਦੀ ਮਿਹਰ ਦਾ ਪਾਤਰ ਰਾਜਾ, ਇੱਕ ਉੱਤਮ ਅਧਿਕਾਰੀ, ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ। ਉਸ ਨੂੰ ਆਪਣੀ ਸੁੱਧ ਬੁੱਧ ਹੀ ਨਾ ਰਹੀ, ਉਸ ਦੇ ਅੰਦਰ ਰੂਹਾਨੀ ਪ੍ਰਕਾਸ਼ ਹੋ ਗਿਆ। ਕੁਝ ਦੇਰ ਬਾਅਦ ਗੁਰੂ ਜੀ ਨੇ ਉਸ ਨੂੰ ਉਠਾਇਆ ਤੇ ਕਿਹਾ, ਜਾਓ ਜਾ ਕੇ ਰਾਜ ਕਰੋ। ਰਾਜੇ ਨੂੰ ਹੁਣ ਲੋਕ ਪਰਲੋਕ ਦਾ ਗਿਆਨ ਹੋ ਗਿਆ। ਉਸਨੇ ਹੁਣ ਰਾਜ ਸੰਭਾਲਣ ਤੋਂ ਵੀ ਅਸਮਰੱਥਾ ਜ਼ਾਹਰ ਕੀਤੀ, ਜੋ ਅਸਲ ਵਿੱਚ ਉਸ ਦਾ ਆਪਣਾ ਹੈ ਹੀ ਨਹੀਂ ਹੈ। ਉਸਨੇ ਬਹੁਤ ਅਧੀਨਗੀ ਨਾਲ ਰਾਜ ਨਾ ਸੰਭਾਲਣ ਦੀ ਬੇਨਤੀ ਕੀਤੀ। ਹੇ ਅਗਿਆਨਤਾ ਤੇ ਅੰਧਕਾਰ ਨੂੰ ਦੂਰ ਕਰਨ ਵਾਲੇ ਪ੍ਰਕਾਸ਼ ਦੀ ਮਹਾਜੋਤ ਗੁਰੂ ਜੀ, ਮੈਂ ਹੁਣ ਰਾਜ ਨਹੀਂ ਕਰ ਸਕਦਾ। ਹੇ ਪ੍ਰਕਾਸ਼ ਦੇ ਮਾਲਕ, ਹੋਰ ਵਧੇਰੇ ਆਤਮ ਪ੍ਰਕਾਸ਼ ਦੀ ਦਾਤ ਬਖਸ਼ੋ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਮੁਖਾਰ ਬਿੰਦ ਤੋਂ ਰੱਬੀ ਉਪਦੇਸ਼ ਅਤੇ ਨਾਮ ਮਹਾਰਸ ਦੀ ਹੋਰ ਵਰਖਾ ਹੋਈ ਸੀ। ਪਹਿਲਾਂ ਤੂੰ ਮੇਰਾ ਰਾਜ, ਮੇਰਾ ਮਹਲ, ਮੇਰੀ ਫੌਜ, ਮੇਰੇ ਖਜ਼ਾਨੇ ਦੀ ਭਾਵਨਾ ਨਾਲ ਰਾਜ ਕਰਦਾ ਸੀ। ਹੁਣ ਤੂੰ ਆਪਣੀ ਮੈਂ ਨੂੰ ਅਰਪਣ ਕਰ ਚੁੱਕਾ ਹੈ। ਮੈਂ ਮੇਰੀ ਦੇ ਬੰਧਨ ਕੱਟੇ ਗਏ ਹਨ। ਹੁਣ ਕੋਈ ਚੀਜ਼ ਤੇਰੀ ਆਪਣੀ ਨਹੀਂ ਹੈ। ਹੁਣ ਗੁਰੂ ਜੀ ਅਤੇ ਰੱਬ ਦੀ ਅਮਾਨਤ ਸਮਝ ਕੇ ਰਾਜ ਕਰੋ। ਸਭ ਕੁਝ ਉਸ ਮਾਲਕ ਪ੍ਰਭੂ ਦਾ ਹੈ। ਪ੍ਰਭੂ ਦੀ ਪਵਿੱਤਰ ਭਾਵਨਾ ਨਾਲ ਰਾਜ ਭਾਗ ਦੀ ਦੇਖਭਾਲ ਕਰੋ। ਮੇਰੀ ਕੇਵਲ ਆਤਮਕ ਤਰੱਕੀ ਵਿੱਚ ਰੁਕਾਵਟ ਪਾਉਂਦੀ ਹੈ। ਇਸ ਝੂਠੀ ਮੈਂ ਹਉਮੈ ਨਾਲ ਜੁੜੇ ਸਾਰੇ ਸੰਸਾਰਿਕ ਰਿਸ਼ਤੇ ਬੰਧਨਕਾਰੀ ਹਨ। ਹੁਣ ਤੁਸੀਂ ਇਸ ਮੈਂ ਮੇਰੀ ਤੋਂ ਮੁਕਤ ਹੋ ਗਏ ਹੋ। ਆਪਣੇ ਸੁਭਾਅ ਦੀ ਸਰਲਤਾ ਅਨੁਸਾਰ ਗੁਰੂ ਨਾਨਕ ਜੀ ਨੇ ਰਾਜੇ ਨੂੰ ਸੰਸਾਰਿਕ ਕਾਰ ਵਿਹਾਰ ਕਰਦਿਆਂ ਨਿਰਲੇਪ ਰਹਿਣ, ਸੰਸਾਰ ਵਿੱਚ ਨਿਰਮੋਹ ਰਹਿਣ ਅਤੇ ਸਾਰੇ ਸੰਸਾਰਿਕ ਬੰਧਨਾਂ ਤੋਂ ਨਿਰਲੇਪ ਰਹਿਣ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਦੀ ਸ਼ਰਨ ਵਿੱਚ ਮੈਂ ਨਾਲ ਪੈਦਾ ਹੋਣ ਵਾਲੇ ਸਾਰੇ ਝਗੜੇ ਖਤਮ ਹੋ ਜਾਂਦੇ ਹਨ। ਮਨੁੱਖ ਨੂੰ ਆਪਣਾ ਜੀਵਨ ਮਾਰਗ ਇਸ ਤੋਂ ਰਹਿਤ, ਸਾਵਾਂ, ਪੱਧਰਾ ਅਤੇ ਸਰਲ ਲੱਗਣ ਲੱਗ ਪੈਂਦਾ ਹੈ। ਮਨੁੱਖ ਨੂੰ ਪਰਵਰਦਗਾਰ ਦਾ ਹੋ ਜਾਂਦਾ ਹੈ। ਆਤਮਕ ਤੌਰ 'ਤੇ ਜਾਗਰਤ ਵਿਅਕਤੀ ਦਾ ਜੀਵਨ ਸੁਖਦਾਈ ਹੁੰਦਾ ਹੈ। ਧਰਮ ਰਾਏ ਦਰ ਕਾਗਦ ਫਾੜੇ, ਜਨ ਨਾਨਕ ਲੇਖਾ ਸਮਝਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 624। ਧਰਮ ਰਾਜ ਉਹਨਾਂ ਜੀਵਾਂ ਦਾ ਸਾਰਾ ਹਿਸਾਬ ਕਿਤਾਬ ਫਾੜ ਦਿੰਦਾ ਹੈ ਜਿਹੜੇ ਗੁਰੂ ਪਰਮੇਸ਼ਰ ਦੇ ਤੇ ਸਭ ਕੁਝ ਛੱਡ ਦਿੰਦੇ ਹਨ। ਧਰਮ ਰਾਏ ਅਬ ਕਹਾ ਕਰੋਗੇ ਜਬ ਫਾਟਿਓ ਸਗਲੋ ਲੇਖਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 624। ਧਰਮਰਾਜ ਹੁਣ ਕੀ ਕਰ ਸਕਦਾ ਹੈ? ਸਤਪੁਰਖਾਂ ਦੀ ਸੇਵਾ ਅਤੇ ਪਵਿੱਤਰ ਸੰਗਤ ਵਿੱਚ ਆਉਣ ਕਰਕੇ ਸਾਰਾ ਲੇਖਾ ਹੀ ਫਾੜ ਦਿੱਤਾ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਭਿਆਨਕ ਕਲਯੁਗ ਵਿੱਚ ਮੈਂ ਮੇਰੀ ਦੇ ਸਭ ਤੋਂ ਵੱਡੇ ਵੈਦ ਡਾਕਟਰ ਬਣ ਕੇ ਆਏ ਹਨ। ਬਾਬਾ ਨੰਦ ਸਿੰਘ ਜੀ ਮਹਾਰਾਜ। ਰਾਜੇ ਨੂੰ ਇਸ ਮੈਂ ਤੋਂ ਛੁਟਕਾਰਾ ਕਰਾਉਂਦਿਆਂ ਗੁਰੂ ਨਾਨਕ ਦੇਵ ਜੀ ਨੇ ਉਸਦੇ ਸਾਰੇ ਸੰਸਾਰਿਕ ਬੰਧਨ ਕੱਟ ਦਿੱਤੇ ਸਨ, ਜਿਸ ਨਾਲ ਮਨੁੱਖ ਆਵਾਗਾਉਣ ਦੇ ਚੱਕਰਾਂ ਵਿੱਚ ਪੈਂਦਾ ਹੈ। ਸਾਡੇ ਢਹਿਣ ਵਿੱਚ ਦੇਰੀ, ਗੁਰੂ ਨਾਨਕ ਦੇ ਬਖਸ਼ਣ ਵਿੱਚ ਕੋਈ ਦੇਰੀ ਨਹੀਂ ਹੈ। ਇਹ ਕੰਮ ਸਕਿੰਟਾਂ ਦਾ ਹੈ। ਬਚਨ ਬਾਬਾ ਨੰਦ ਸਿੰਘ ਜੀ ਮਹਾਰਾਜ। ਜਦੋਂ ਅਸੀਂ ਆਪਣੀ ਹਉਮੈ ਤਿਆਗ ਕੇ ਸਤਿਗੁਰ ਜੀ ਦੀ ਪਵਿੱਤਰ ਸ਼ਰਨ ਵਿੱਚ ਜਾਂਦੇ ਹਾਂ ਤਾਂ ਧਰਮ ਰਾਜ ਦੁਆਰਾ ਲਿਖਿਆ ਸਾਡਾ ਲੇਖਾ ਪਾੜ ਦਿੱਤਾ ਜਾਂਦਾ ਹੈ।
ਸਾਡੇ ਪੂਰਬਲੇ ਪਾਪਾਂ ਦੀ ਮੈਲ ਲੈ ਜਾਂਦੀ ਹੈ। ਸਤਿਗੁਰਾਂ ਦੀ ਮਿਹਰ ਨਾਲ ਸਾਡੀ ਅੰਤਰ-ਆਤਮਾ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਅਸੀਂ ਨਵੇਂ ਨਰੋਏ ਬਣ ਜਾਂਦੇ ਹਾਂ। ਨਵੇਂ ਜੀਵਨ ਦਾ ਆਰੰਭ ਹੁੰਦਾ ਹੈ। ਗੁਰੂ ਰੂਪੀ ਮਹਾਨ ਜੋਤ ਵੱਲ ਮੁੱਖ ਰੱਖਣ ਨਾਲ ਪਿਛਲੇ ਜਨਮਾਂ ਦਾ ਹਨੇਰਾ ਪਰਛਾਵੇਂ ਵਾਂਗ ਅਲੋਪ ਹੋ ਜਾਂਦਾ ਹੈ। ਗੁਰੂ ਜੀ ਦੀ ਮਿਹਰ ਦੇ ਪਾਤਰ ਬਣੇ ਰਾਜੇ ਨੂੰ ਨਾਮ, ਰੂਪ, ਦੌਲਤ, ਮੈਂ ਦੇ ਝੂਠੇ ਰੂਪ ਅਤੇ ਆਪਣੇ ਆਪ ਦੀ ਹੋਂਦ ਬਾਰੇ ਗਿਆਨ ਹੋ ਗਿਆ। ਹਉਮੈ ਬੂਝੇ ਤਾਂ ਦਰ ਸੂਝੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 466। ਸਵੇ ਪੜਚੋਲ ਅਤੇ ਨਿਰੀਖਣ ਦੀ ਅਨੁਭਵੀ ਕਿਰਿਆ ਨਾਲ ਇਸ ਡਰਾਉਣੀ ਮੈਂ ਦੀ ਮਕਾਨਕੀ ਨੂੰ ਸਮਝਣਾ ਚਾਹੀਦਾ ਹੈ ਅਤੇ ਦੁਬਿਧਾ ਜੀ ਜਿੱਲਣ ਨੂੰ ਪਾਰ ਕਰਕੇ ਰੱਬ ਦੇ ਘਰ ਵਿੱਚ ਸਹਿਜੇ ਪ੍ਰਵੇਸ਼ ਕਰਨਾ ਚਾਹੀਦਾ ਹੈ। ਸਾਰੇ ਕਰਮਾਂ ਦਾ ਕਰਤਾ ਮੈਂ ਦਾ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਤਿਆਗ ਕਰਨ ਨਾਲ ਇਸ ਦੀ ਹੋਂਦ ਖਤਮ ਹੋ ਜਾਂਦੀ ਹੈ। ਫਿਰ ਇਹ ਬੰਧਨਕਾਰੀ ਨਹੀਂ ਰਹਿੰਦੀ। ਜੀਵ ਮੈਂ ਤੋਂ ਮੁਕਤ ਹੋ ਜਾਂਦਾ ਹੈ। ਇਹ ਮੈਂ ਹੀ ਹੈ ਜੋ ਸਾਨੂੰ ਕਈ ਤਰ੍ਹਾਂ ਦੇ ਬੰਧਨਾਂ ਵਿੱਚ ਬੰਨ੍ਹਦੀ ਹੈ। ਜਦੋਂ ਮੈਂ ਖਤਮ ਹੋ ਜਾਂਦੀ ਹੈ ਤੇ ਪੂਰਬਲੇ ਕਰਮਾਂ ਦਾ ਫਲ ਨਹੀਂ ਭੋਗਣਾ ਪੈਂਦਾ। ਜੀਵ ਮੁਕਤ ਹੋ ਜਾਂਦਾ ਹੈ। ਜਹ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ, ਕਹੋ ਨਾਨਕ ਵਹਿ ਮੁਕਤ ਨਰ, ਇਹ ਮਨ ਸਾਚੀ ਮਾਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1427। ਨੌਵੇਂ ਗੁਰੂ ਜੀ ਦਾ ਫੁਰਮਾਨ ਹੈ, ਜਿਨ੍ਹਾਂ ਪ੍ਰਾਣੀਆਂ ਨੇ ਹਉਮੈ ਦਾ ਤਿਆਗ ਕਰ ਲਿਆ ਹੈ ਤੇ ਪ੍ਰਭੂ ਨੂੰ ਹੀ ਕਰਨ ਕਰਾਵਣ ਹਾਰ ਜਾਣਿਆ ਹੈ, ਉਹਨਾਂ ਨੇ ਜੀਵਨ ਮੁਕਤੀ, ਜਿਉਂਦੇ ਜੀ ਮੁਕਤੀ ਪ੍ਰਾਪਤ ਕਰ ਲਈ ਹੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਇਸ ਨੂੰ ਸਤ ਗਿਆਨ ਮੰਨਣਾ ਚਾਹੀਦਾ ਹੈ। ਜੀਵਨ ਮੁਕਤ ਆਪਣੇ ਆਪ ਨੂੰ ਤੁੱਛ ਜਾਣਦਾ ਹੈ। ਉਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨੂੰ ਹੀ ਨਿਰੋਲ ਕਰਤਾ ਅਰਥਾਤ ਸਿਰਜਣਹਾਰ ਸਮਝਦਾ ਹੈ ਤੇ ਹਉਮੈ ਤੋਂ ਰਹਿਤ ਹੁੰਦਾ ਹੈ। ਇਸ ਲਈ ਉਹ ਕਰਮਾਂ ਦੇ ਚੱਕਰ ਵਿੱਚ ਨਹੀਂ ਪੈਂਦਾ। ਉਹ ਪੂਰਨ ਮੁਕਤ ਹਨ। ਉਹਨਾਂ ਆਪਣੇ ਜੀਵਨ ਵਿੱਚ ਮੁਕਤੀ ਪ੍ਰਾਪਤ ਕਰ ਲਈਏ। ਉਹ ਜੀਵਨ ਮੁਕਤ ਹੈ। ਜੀਵਨ ਮੁਕਤੀ ਦੀ ਅਵਸਥਾ ਵਿੱਚ ਮਨੁੱਖ ਆਪਣੇ ਹੱਥ ਵੱਸ ਕੁਝ ਨਹੀਂ ਸਮਝਦਾ। ਉਹ ਕੇਵਲ ਰੱਬ ਨੂੰ ਹੀ ਕਰਤਾ ਮੰਨਦਾ ਹੈ। ਉਸ ਵਿੱਚ ਕੋਈ ਮੈਂ ਨਹੀਂ, ਕੋਈ ਮੇਰੀ ਨਹੀਂ। ਉਸਦੇ ਹਿਰਦੇ ਵਿੱਚ ਤੂੰ ਅਤੇ ਸਭ ਕੁਝ ਤੇਰਾ, ਤੂੰ ਹੀ ਕਰਨ ਕਰਾਵਣ ਹਾਰ ਦੀ ਭਾਵਨਾ ਬਣੀ ਰਹਿੰਦੀ ਹੈ। ਜੀਵਨ ਮੁਕਤ ਮੌਤ ਤੋਂ ਪਹਿਲਾਂ ਹੀ ਮਰ ਚੁੱਕਾ ਹੁੰਦਾ ਹੈ, ਕਿਉਂਕਿ ਜੋ ਉਸਨੂੰ ਮੈਂ ਅਰਥਾਤ ਖੁਦੀ ਨੂੰ ਮਾਰ ਲਿਆ ਹੁੰਦਾ ਹੈ, ਉਸ ਦੀ ਵੱਖਰੀ ਹੋਂਦ ਤੇ ਪਛਾਣ ਮਰ ਚੁੱਕੀ ਹੁੰਦੀ ਹੈ। ਉਸਨੇ ਆਪਣੀ ਮੱਤ ਨੂੰ ਮਾਰ ਲਿਆ ਹੁੰਦਾ ਹੈ, ਅਰਥਾਤ ਮੈਂ ਮੇਰੀ ਦੀ ਮੌਤ ਹੈ। ਗੁਰੂ ਨਾਨਕ ਸਾਹਿਬ ਦੇ ਹਰੇਕ ਸ਼ਬਦ ਦਾ ਪ੍ਰਭਾਵ ਬਹੁਤ ਸਰਲ, ਸਿੱਧਾ ਤੇ ਸੀਨੇ ਖੁੱਭਣ ਵਾਲਾ ਹੁੰਦਾ ਸੀ। ਨਿਮਰਤਾ ਦੇ ਪੁੰਜ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਹਰ ਬੋਲ, ਹਰ ਸ਼ਬਦ ਦਾ ਅਚਰਜ ਪ੍ਰਭਾਵ ਪੈਂਦਾ ਸੀ। ਉਹਨਾਂ ਦੇ ਸ਼ਬਦਾਂ ਦਾ ਹਉਮੈ, ਵੱਡੀ ਦੁਸ਼ਮਣ ਅਤੇ ਕੁੱਲ ਮਨੁੱਖਤਾ ਦੇ ਧੀਰਗ ਰੋਗ ਉੱਪਰ ਅਸਰ ਪੈਂਦਾ ਸੀ। ਉਹਨਾਂ ਦੀ ਹਜ਼ੂਰੀ ਵਿੱਚ ਵੱਡੇ ਵੱਡੇ ਸਿੱਧਾਂ ਪੀਰਾਂ ਅਤੇ ਫਕੀਰਾਂ ਦੀ ਹਉਮੈ ਦੇ ਬੀਜ ਦਾ ਨਾਸ ਹੋ ਜਾਂਦਾ ਸੀ ਅਤੇ ਉਹ ਪਰਮ ਸਤ ਦੇ ਡੂੰਘੇ ਅਰਥਾਂ ਨੂੰ ਸਮਝਣ ਦੇ ਯੋਗ ਹੋ ਜਾਂਦੇ ਸਨ। ਮਹਾਨ ਕਿਰਪਾ। ਇੱਕ ਵਾਰ ਛੋਟੇ ਠਾਠ ਵਿੱਚ ਦੀਵਾਨ ਦੀ ਸਮਾਪਤੀ ਹੋ ਚੁੱਕੀ ਸੀ। ਬਾਬਾ ਜੀ ਨੇ ਉੱਠ ਕੇ ਜਾਣਾ ਸੀ ਤੇ ਮੇਰੇ ਮਨ ਵਿੱਚ ਇੱਕ ਪ੍ਰਬਲ ਇੱਛਾ ਪੈਦਾ ਹੋਈ। ਮੈਂ ਮਨ ਹੀ ਮਨ ਵਿੱਚ ਬਾਬਾ ਜੀ ਨੂੰ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। ਬਾਬਾ ਜੀ, ਸਾਡੇ ਦਿਲਾਂ ਦੀ ਜਾਣਨਹਾਰ ਹੋ ਤਾਂ ਮੈਨੂੰ ਆਪਣੇ ਚਰਨ ਕਮਲਾਂ ਨੂੰ ਪਰਸਣ ਦਾ ਮੌਕਾ ਦਿਓ। ਮੈਂ ਮੋਰਲੀ ਕਤਾਰ ਵਿੱਚ ਬੈਠਾ ਸੀ। ਜਿਉਂ ਹੀ ਬਾਬਾ ਜੀ ਮੇਰੇ ਕੋਲ ਦੀ ਲੰਘਣ ਲੱਗੇ ਤਾਂ ਉਹ ਰੁਕ ਗਏ। ਮੈਂ ਝਟਪਟ ਉਹਨਾਂ ਦੇ ਪਵਿੱਤਰ ਚਰਨਾਂ 'ਤੇ ਟਹਿ ਪਿਆ। ਬਾਬਾ ਜੀ ਦੇ ਚਰਨਾਂ ਨੂੰ ਚੁੰਮਣ ਲੱਗ ਪਿਆ। ਭਾਈ ਰਤਨ ਸਿੰਘ ਜੀ ਕਲੇਰਾਂ ਵਾਲੇ ਮੈਨੂੰ ਕਹਿਣ ਲੱਗੇ, ਐ ਨੌਜਵਾਨ, ਇਹ ਕੀ ਕਰ ਰਿਹਾ ਹੈ? ਪਰੰਤੂ ਤਰਸਵਾਨ ਬਾਬਾ ਜੀ ਨੇ ਉਸਨੂੰ ਹੱਥ ਦਾ ਇਸ਼ਾਰਾ ਕਰਕੇ ਮਨਾ ਕਰ ਦਿੱਤਾ। ਜਦੋਂ ਮੇਰੀ ਤ੍ਰਿਪਤੀ ਹੋ ਗਈ ਤਾਂ ਬਾਬਾ ਜੀ ਨੇ ਆਪਣੀ ਮਿਹਰਾਂ ਨਾਲ ਤੱਕਿਆ ਤੇ ਅੱਗੇ ਨੂੰ ਤੁਰ ਪਏ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਬਾਬਾ ਜੀ ਕਿਸੇ ਨੂੰ ਵੀ ਆਪਣੇ ਚਰਨਾਂ ਨੂੰ ਹੱਥ ਲਾਉਣ ਦੀ ਆਗਿਆ ਨਹੀਂ ਦਿੰਦੇ ਸਨ। ਇਹ ਘਟਨਾ ਹੁਣ ਮੇਰੇ ਜੀਵਨ ਦਾ ਥੰਮ, ਮੇਰੀ ਟੇਕ ਤੇ ਮੇਰਾ ਆਸਰਾ ਬਣੀ ਹੋਈ ਹੈ। ਉਹਨਾਂ ਨੇ ਮੇਰੇ ਉੱਪਰ ਅਪਾਰ ਕਿਰਪਾ ਤੇ ਮਿਹਰਾਂ ਕਰਨ ਲਈ ਆਪਣਾ ਨਿਯਮ ਨਰਮ ਕੀਤਾ। ਉਹਨਾਂ ਨੇ ਛੇਤੀ ਹੀ ਇਹ ਚੋੜਾ ਤਿਆਗ ਜਾਣਾ ਸੀ, ਇਸ ਲਈ ਉਹ ਮੈਨੂੰ ਆਪਣੀ ਅਪਾਰ ਦਇਆ ਤੇ ਕਿਰਪਾ ਤੋਂ ਵਾਂਝਿਆ ਨਹੀਂ ਰੱਖਣਾ ਚਾਹੁੰਦੇ ਸਨ। ਬਾਬਾ ਜੀ ਤ੍ਰੈਕਾਲੀ ਦਰਸ਼ੀ ਸਨ। ਉਹ ਅੰਤਰਜਾਮੀ ਸਨ। ਉਹਨਾਂ ਨੇ ਮੇਰੇ ਦਿਲ ਦੀ ਪ੍ਰਬਲ ਇੱਛਾ ਪੂਰੀ ਕਰਨ ਲਈ ਇਹ ਨਿਯਮ ਨਰਮ ਕੀਤਾ ਸੀ।
ਚਰਨ ਪਲਸਣ ਬਾਅਦ ਮੈਂ ਮੂੰਹ ਉੱਪਰ ਨੂੰ ਚੁੱਕ ਕੇ ਬਾਬਾ ਜੀ ਵੱਲ ਦੇਖਿਆ। ਮੈਨੂੰ ਆਪਣੀ ਜ਼ਿੰਦਗੀ 'ਤੇ ਕੀਤਾ ਉਹਨਾਂ ਦਾ ਇਹ ਸਭ ਤੋਂ ਵੱਡਾ ਅਹਿਸਾਨ, ਮਿਹਰ ਦੀ ਉਹ ਅਪਾਰ ਤੱਕਣੀ, ਉਹਨਾਂ ਦੇ ਪਵਿੱਤਰ ਨੇਤਰਾਂ ਵਿੱਚ ਝਲਕਦਾ ਪਿਆਰ ਤੇ ਦਇਆ ਉਸੇ ਤਰ੍ਹਾਂ ਯਾਦ ਹੈ ਜਿਵੇਂ ਕਿ ਉਹਨਾਂ ਨੇ ਮੇਰੇ ਵੱਲ ਵੇਖਿਆ ਸੀ। ਜਦੋਂ ਮੈਂ ਮੂੰਹ ਉੱਪਰ ਨੂੰ ਚੁੱਕ ਕੇ ਵੇਖਿਆ ਤਾਂ ਉਹਨਾਂ ਦੀਆਂ ਪਾਕ ਨਿਗਾਹਾਂ ਮੇਰੇ ਵੱਲ ਵੇਖ ਰਹੀਆਂ ਸਨ ਤੇ ਇਹਨਾਂ ਵਿੱਚੋਂ ਵਗਦੀਆਂ ਮਿਹਰਾਂ ਦੀਆਂ ਨਦੀਆਂ ਮੈਨੂੰ ਆਤਮਕ ਆਨੰਦ ਵਿੱਚ ਪੂਰੀ ਤਰ੍ਹਾਂ ਲਪੇਟ ਰਹੀਆਂ ਸਨ।